ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਤੇ ਮੈਂ ਹਾਂ ਨਵਜੀਤ। ਅੱਜ ਦੇ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਅਹਿਮ ਖਬਰਾਂ ਨੇ ਜਿਨ੍ਹਾਂ ਦੇ ਉੱਪਰ ਅਸੀਂ ਵਿਸਤਾਰ ਚਰਚਾ ਕਰਾਂਗੇ ਤੇ ਚਰਚਾ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ ਪੰਨੂ ਸਾਹਿਬ, ਕਈ ਕੇਸ ਅਜਿਹੇ ਹੁੰਦੇ ਆ ਜਦੋਂ ਲੰਬਾ ਸਮਾਂ ਚੱਲਦੇ ਰਹਿੰਦੇ ਆ, ਸਰਕਾਰਾਂ ਨੂੰ ਸਮੇਂ-ਸਮੇਂ ਤੇ ਯਾਦ ਆਉਂਦੀ ਆ। ਮਾਇਆਵਤੀ ਵਾਲਾ ਕੇਸ ਇੱਕ ਬਹੁਤ ਪੁਰਾਣਾ ਸੀ, ਬਹੁਤ ਯਾਦਗਾਰ ਬਣੀਆਂ, ਬੁੱਤ ਵੀ ਬਣੇ ਆ। ਉਸ ਮਾਮਲੇ ਵਿੱਚ ਹੁਣ 4 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇੰਨੇ ਲੰਬੇ ਸਮੇਂ ਬਾਅਦ ਕਿਉਂ ਕਾਰਵਾਈ ਕੀਤੀ ਗਈ ਹੈ? ਜਦੋਂ ਬੀਬੀ ਮਾਇਆਵਤੀ ਦਾ ਰਾਜ ਸੀ ਜੀ, 2-3 ਵਾਰ ਜਿੰਨੀ ਵਾਰ ਵੀ ਉਹਦਾ ਰਾਜ ਹੈ, ਧੂੜਾਂ ਪੱਟਦੇ, ਬਿਲਕੁਲ ਕੋਈ ਨਿਯਮ, ਕੋਈ ਰੂਲ, ਕੋਈ ਅਸੂਲ, ਕੋਈ ਕਾਨੂੰਨ ਲੱਭਦਾ ਹੀ ਨਹੀਂ ਸੀ। ਆ ਪਿਛਲੀਆਂ ਚੋਣਾਂ ਦੇ ਵਿੱਚ ਉਹਨੇ ਤੇ ਅਖਿਲੇਸ਼ ਯਾਦਵ ਨੇ ਸਮਝੌਤਾ ਕਰ ਲਿਆ ਜੀ, ਪੱਲੇ ਨਾ ਇਹਦੇ ਕੁਛ ਪਿਆ ਤੇ ਨਾ ਉਹਦੇ ਪਿਆ। ਪਰ ਜਿਹੜੇ ਅੱਜ ਕੇਸ ਦੇ ਵਿੱਚ ਬੰਦੇ ਫੜੇ ਗਏ, ਇਸ ਕੇਸ ਦੀ ਸ਼ੁਰੂਆਤ ਤਾਂ ਅਖਿਲੇਸ਼ ਯਾਦਵ ਨੇ ਕੀਤੀ ਸੀ ਜੀ। ਬਾਅਦ ਵਿੱਚ ਉਹ ਕਹਿੰਦਾ ਸੀ ਮੇਰੀ ਭੂਆ ਮਾਇਆਵਤੀ, ਪਰ ਪਹਿਲਾਂ ਭੂਆ ਦੇ ਖਿਲਾਫ ਮੁਕੱਦਮੇ ਉਸੇ ਸ਼ੁਰੂ ਕੀਤੇ ਸੀ ਜਿਹਦੇ ਵਿੱਚ ਮਾਇਆਵਤੀ ਤੇ ਉਹਦੀ ਸਾਰੀ ਟੀਮ ਅਜੇ ਤੱਕ ਫਸੀ ਫਿਰਦੀ ਹੈ। ਕੀਤਾ ਕੀ ਸੀ ਜੀ? ਬੀਬੀ ਮਾਇਆਵਤੀ ਪਹਿਲੀ ਵਾਰੀ ਮੁੱਖ ਮੰਤਰੀ ਬਣੀ ਤੇ ਤਾਜ ਕੋਰੀਡੋਰ, ਜਿੱਥੇ ਤਾਜ ਮਹਿਲ ਹੈ ਆਗਰੇ 'ਚ, ਉੱਥੋਂ ਤੱਕ ਇੱਕ ਗਲਿਆਰਾ ਪ੍ਰੋਜੈਕਟ ਸ਼ੁਰੂ ਕਰਤਾ। ਉਹਦੇ 'ਚ ਕਈ 100 ਕਰੋੜ ਦਾ ਘਪਲਾ ਕਹਿੰਦੇ ਸੀ ਹੋ ਗਿਆ ਜੀ। ਦੂਜੀ ਵਾਰੀ ਬਣੀ, ਹੋਰ ਘਪਲੇ। ਤੀਜੀ ਵਾਰੀ ਬਣੀ ਤੇ ਫਿਰ ਬੀਬੀ ਨੇ ਥਾਂ ਥਾਂ ਤੇ ਪਾਰਕ ਬਣਾਉਣੇ ਸ਼ੁਰੂ ਕਰ ਦਿੱਤੇ ਜੀ। ਪਾਰਕਾਂ 'ਚ ਕੀ ਕੀਤਾ? ਦਲਿਤਾਂ ਦੇ ਮਸੀਹਾ ਤੇ ਹਿੰਦੁਸਤਾਨ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ BR ਅੰਬੇਡਕਰ ਦੇ ਬੁੱਤ ਲਾ ਦਿਓ। ਠੀਕ ਕੀਤਾ, ਕੋਈ ਗਲਤ ਨਹੀਂ। ਉਹ ਤਾਂ ਸਾਡੇ ਜਲੰਧਰ ਵਿੱਚ ਵੀ ਹੈ, ਪੰਜਾਬ 'ਚ ਵੀ ਹੈ, ਸਾਰੇ ਦੇਸ਼ ਵਿੱਚ ਨੇ, ਵਿਦੇਸ਼ਾਂ ਵਿੱਚ ਵੀ ਲੱਗੇ ਨੇ। ਡਾਕਟਰ ਅੰਬੇਡਕਰ ਮਹਾਨ ਹਸਤੀ ਸੀ, ਲੋਕਾਂ ਆਖਿਆ ਬੀਬੀ ਨੇ ਕੋਈ ਗਲਤ ਨਹੀਂ ਕੀਤਾ। ਉਹਦੇ ਬਾਅਦ ਬੀਬੀ ਨੇ ਆਖਿਆ ਬਾਬੂ ਕਾਂਸ਼ੀ ਰਾਮ ਦੇ ਬੁੱਤ ਲੱਗਣਗੇ, ਜਿਹਨੇ ਦਲਿਤ ਲੋਕਾਂ ਦੇ ਭਲੇ ਵਾਸਤੇ ਬਹੁਜਨ ਸਮਾਜ ਪਾਰਟੀ ਖੜੀ ਕੀਤੀ ਸੀ ਜੀ। ਲੋਕਾਂ ਨੇ ਆਖਿਆ ਅੱਛਾ ਕੀ ਫਰਕ ਪੈਂਦਾ, ਨਹਿਰੂ ਪਰਿਵਾਰ ਦੇ ਕਈਆਂ ਜੀਆਂ ਦੇ ਲੱਗੇ ਆ, ਉਹ ਸੰਜੇ ਗਾਂਧੀ ਦੇ ਬੁੱਤ ਵੀ ਲੱਗੇ ਫਿਰਦੇ ਆ, ਜਿਹਨੇ ਐਮਰਜੈਂਸੀ 'ਚ ਉਹ ਲੋਕਾਂ ਦੀਆਂ ਚੀਕਾਂ ਕਢਾਈਆਂ ਸੀ, ਰੋਂਦੇ ਫਿਰਦੇ ਆ। ਤੇ ਜੇ ਉਹਦੇ ਲੱਗ ਗਏ, ਬਾਬੂ ਕਾਂਸ਼ੀ ਰਾਮ ਦੇ ਲੱਗ ਜਾਣਗੇ ਤੇ ਕੀ ਮਾੜੀ ਗੱਲ ਜੀ। ਫਿਰ ਬੀਬੀ ਨੇ ਆਖਿਆ ਕਾਫੀ ਨਹੀਂ, ਹੁਣ ਹਰ ਸ਼ਹਿਰ ਦੇ ਵਿੱਚ ਪਾਰਕਾਂ ਦੇ ਵਿੱਚ ਹਾਥੀ ਦੇ ਬੁੱਤ ਲਾ ਦਿਓ। ਹਾਥੀ ਬੀਬੀ ਦੀ ਪਾਰਟੀ ਦਾ ਚੋਣ ਨਿਸ਼ਾਨ ਹੈ ਜੀ। ਲੋਕਾਂ ਪੁੱਛਿਆ ਇਹ ਕੀ? ਕਹਿੰਦੀ ਹਾਥੀ ਨਹੀਂ, ਇਹ ਗਣੇਸ਼ ਹੈ। ਉਹਨੂੰ ਧਾਰਮਿਕ ਰੰਗ ਦੇ ਕੇ ਤੇ ਉਹਦੇ ਬੁੱਤ ਬਣਾਉਣੇ ਸ਼ੁਰੂ ਕਰਤੇ। ਅਦਾਲਤਾਂ ਵਿੱਚ ਕੇਸ ਗਏ। ਹੁਣ ਉਹ ਅਦਾਲਤਾਂ ਕਹਿੰਦੀਆਂ ਕਿ ਇਹਨਾਂ ਬੰਦਿਆਂ ਨੂੰ ਫੜੋ ਤੇ ਅੰਦਰ ਕਰ ਦਿਓ। ਪਰ ਜਦੋਂ ਇਹ ਕੇਸ ਗਏ ਸਨ ਤੇ ਉਦੋਂ ਅਦਾਲਤਾਂ ਨੇ ਆਖਿਆ ਇਹ 'ਚ ਕੋਈ ਬੁਰਾ ਨਹੀਂ ਜੀ। ਤੇ ਬੀਬੀ ਡਾਕਟਰ BR ਅੰਬੇਡਕਰ ਤੋਂ ਤੁਰੀ, ਬਾਬੂ ਕਾਂਸ਼ੀ ਰਾਮ ਦੇ ਬੁੱਤ ਲਾਉਂਦੀ ਹਾਥੀਆਂ ਤੱਕ ਪਹੁੰਚੀ ਤੇ ਅਖੀਰ ਜਦੋਂ ਪੂਰੀ ਚੜ੍ਹਤ ਵਿੱਚ ਸੀ ਤੇ ਉਦੋਂ ਨੇ ਆਪਣਾ ਬੁੱਤ ਲਵਾਇਆ। ਤੇ ਇਹ ਸਾਰੀ ਦੁਨੀਆ 'ਚ ਇੱਕੋ ਇੱਕ ਲੀਡਰ ਹੈ ਜਿਹਨੇ ਆਪਣੇ ਜਨਮ ਦਿਨ ਦੇ ਉੱਤੇ ਆਪਣਾ ਬੁੱਤ ਲਵਾ ਕੇ ਆਪਣੇ ਪੈਰਾਂ 'ਚ ਆਪੇ ਫੁੱਲ ਚੜਾ ਕੇ ਤੇ ਪੂਜਾ ਕੀਤੀ ਤੇ ਸਟੇਜ ਤੇ ਜਾ ਕੇ ਆਖਿਆ ਕਿ ਪੁਰਾਣੇ ਦੇਵਤੇ ਦੇਵੀਆਂ ਤਾਂ ਸਭ ਪੁਰਾਣੇ ਹੋ ਗਏ, ਅੱਜ ਦੇ ਯੁੱਗ ਦੀ ਦੇਵੀ ਮੈਂ ਆ। ਤੁਸੀਂ ਦਲਿਤਾਂ ਨੇ ਜੇ ਆਪਣਾ ਭਲਾ ਕੋਈ ਚਾਹੁੰਦੇ ਹੋ ਤੇ ਤੁਹਾਨੂੰ ਮੇਰੀ ਪੂਜਾ ਕਰਨੀ ਪੈਣੀ ਹੈ ਜੀ। ਇੰਨੇ ਬੁੱਤ ਲਾਤੇ ਸਨ। ਸ਼ਰਦ ਯਾਦਵ ਜਿਹੜਾ ਜਨਤਾ ਦਲ ਯੂਥ ਦਾ ਉਦੋਂ ਪ੍ਰਧਾਨ ਹੁੰਦਾ ਸੀ ਨਿਤੀਸ਼ ਕੁਮਾਰ ਦੇ ਨਾਲ, ਉਹਨੇ 2 ਗੱਲਾਂ ਵਾਸਤੇ, ਇੱਕ ਤੇ ਬੁੱਤ ਮਾਇਆਵਤੀ ਨੇ ਲਾਏ ਸਨ ਤੇ ਦੂਸਰਾ ਜਿਹੜਾ ਸਰਦਾਰ ਪਟੇਲ ਦਾ ਬੁੱਤ ਨਰਿੰਦਰ ਮੋਦੀ ਨੇ ਗੁਜਰਾਤ 'ਚ ਲਾਉਣਾ ਸ਼ੁਰੂ ਕੀਤਾ ਸੀ ਜੀ। ਇਹਨਾਂ ਦੇ ਉੱਤੇ ਜਦੋਂ ਬਹਿਸ ਚੱਲੀ ਤੇ ਪਾਰਲੀਮੈਂਟ 'ਚ ਉਹਨੇ ਸ਼ਰਦ ਯਾਦਵ ਨੇ ਆਖਿਆ ਸੀ ਇਹ ਹਿੰਦੁਸਤਾਨ ਤਾਂ ਬੁੱਤਾਂ ਦਾ ਕਬਾੜਖਾਨਾ ਬਣਦਾ ਜਾਂਦਾ ਜੀ। ਹਰ ਥਾਂ ਦੇ ਬੁੱਤ, ਹਰ ਥਾਂ ਦੇ ਬੁੱਤ। ਮੈਂ ਬਹੁਤ ਸਾਰੀਆਂ ਥਾਵਾਂ ਤੇ ਵੇਖਦਾ, ਦੇਸ਼ ਭਗਤਾਂ ਦੇ ਬੁੱਤ ਵੀ ਲਾਏ ਆ, ਹੋਣ ਵਾਲੇ ਸਿਆਸੀ ਲੀਡਰਾਂ, ਕਰਪਟ ਸਿਆਸੀ ਲੀਡਰਾਂ ਦੇ ਵੀ ਲੱਗੇ ਆ। ਕੁਝ ਇਸ ਤਰ੍ਹਾਂ ਦੇ ਲੋਕਾਂ ਨੇ ਵੀ ਬੁੱਤ ਲਾਤੇ ਆ ਜਿਨ੍ਹਾਂ ਦੇ ਵੱਡੇ ਵਡੇਰੇ ਨੇ 2 ਨੰਬਰ 'ਚ ਪੈਸੇ ਕਮਾਏ ਸੀ, ਪਰ ਪੈਸੇ ਚੋਖੇ ਕਮਾ ਕੇ ਦੇ ਗਿਆ ਸੀ ਜੀ। ਤੇ ਉਹਨਾਂ ਕਿਸੇ ਨਗਰ ਪਾਲਿਕਾ ਜਾਂ ਕਿਸੇ ਪੰਚਾਇਤ ਨੂੰ ਕਹਿ ਕੇ ਬੁੱਤ ਲਵਾਤਾ। ਇਹ ਜਿਹੜੇ ਬੁੱਤ ਲੱਗੇ ਆ, ਇਹਦੇ ਨਾਲ ਕੋਈ ਟੌਰ ਨਹੀਂ ਬਣ ਰਿਹਾ। ਬੁੱਤਾਂ ਦੇ ਸਰਾਣੇ ਕੋਈ ਬੰਦਾ ਨਹੀਂ ਹੁੰਦਾ ਜਿਹੜਾ ਕਾਵਾਂ ਚਿੜੀਆਂ ਨੂੰ ਉਡਾ ਦੇਵੇ। ਬਿਲਕੁਲ। ਉਹ ਜੋ ਸਿਰ ਤੇ ਆ ਕੇ ਬਹਿ ਕੇ ਜੋ ਕੁਝ ਕਰਦੇ ਆ ਸਾਰਿਆਂ ਨੂੰ ਪਤਾ। ਕਿਉਂ ਲਾਈ ਜਾਂਦੇ? ਉਹ ਭਗਵੰਤ ਮਾਨ ਮਜ਼ਾਕ ਕਰਦਾ ਸੀ, ਕਿਸੇ ਨੇ ਲਖਨਊ 'ਚ ਰਸਤਾ ਪੁੱਛਿਆ
ਮੈਂ ਫਲਾਣੇ ਥਾਂ ਜਾਣਾ, ਭਾਈ ਸਾਹਿਬ ਕਿੱਧਰ ਦੀ ਜਾਵਾਂ? ਉਹ ਕਹਿੰਦੇ ਸਿੱਧਾ ਜਾ, ਉੱਥੇ ਡਾਕਟਰ BR ਅੰਬੇਡਕਰ ਜੀ ਦਾ ਬੁੱਤ ਆਵੇਗਾ। ਫਿਰ ਕਹਿੰਦਾ ਉੱਥੇ ਸੱਜੇ ਪਾਸੇ ਨੂੰ ਮੁੜ ਜੀ, 3 ਕਾਂਸ਼ੀ ਰਾਮ ਲੰਘ ਜੀ, ਫਿਰ ਖੱਬੇ ਪਾਸੇ ਨੂੰ ਮੁੜ ਜੀ, 5 ਹਾਥੀ ਲੰਘ ਜੀ, ਉੱਥੋਂ ਫਿਰ ਮੁੜ ਕੇ ਸੱਜੇ ਪਾਸੇ ਨੂੰ ਮੁੜ ਜੀ। ਜਦੋਂ ਤੀਸਰੀ ਮਾਇਆਵਤੀ ਆਵੇ ਤੇ ਉਹਨੂੰ ਸਾਹਮਣੇ ਮੋੜ ਤੇ। ਇਹ ਸਾਰਾ ਕੁਝ ਕਿਉਂ ਹੋਇਆ? ਕੀ ਰਾਜ ਸੱਤਾ ਤੇ ਬਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਅੰਨੀ ਪਾ ਦਿਓ, ਜੋ ਮਰਜ਼ੀ ਕਰ ਦਿਓ? ਉਦੋਂ ਦਾ ਕੇਸ ਚੱਲਦਾ ਸੀ, ਹੁਣ ਅਦਾਲਤ ਨੇ ਜਾ ਕੇ ਆਰਡਰ ਕਰ ਦਿੱਤਾ ਤੇ ਕਾਰਵਾਈ ਸ਼ੁਰੂ ਹੋ ਗਈ ਹੈ, ਪਰ ਇਹਦੇ ਖਿਲਾਫ ਹੋਈ ਆ। ਇਹ ਬੁੱਤ ਤੇ ਭਾਜਪਾ ਵਾਲਿਆਂ ਨੇ, ਕਾਂਗਰਸੀਆਂ ਨੇ ਉਹਨਾਂ ਕਦੇ ਕੱਟ ਲਾਏ ਜੀ, ਉਹਨਾਂ ਨੇ ਕੋਈ ਕਸਰ ਤਾਂ ਨਹੀਂ ਛੱਡੀ। ਇੱਥੇ ਜਣੇ ਖਣੇ ਦੇ ਬੁੱਤ ਲੱਗੇ ਆ, ਕਹਿੰਦੇ ਆ ਬੁੱਤ ਲਾਉਣਾ, ਬੁੱਤ ਦਾ ਕੋਈ ਨਹੀਂ ਹੁੰਦਾ, ਮੋਢਿਆਂ ਤੋਂ ਉੱਤੇ ਦਾ ਹਿੱਸਾ ਲਿਆ ਕੇ ਲਾ ਦਿੰਦੇ, ਉਹ ਬੁੱਤ ਵੀ ਨਹੀਂ ਜਾਪਦਾ। ਚੰਗਾ ਜਿਹਾ ਲੱਗਦਾ, ਲਾਈ ਜਾਂਦੇ ਨੇ। ਪਰ ਇਸ ਕੇਸ ਦੇ ਵਿੱਚ ਅਦਾਲਤੀ ਕਾਰਵਾਈ ਹੁੰਦੀ ਹੈ, ਭਾਵੇਂ ਸਾਫ਼ ਦਿਸਦਾ ਕਿ ਮੌਕੇ ਦੀ ਜਿਹੜੀ ਉੱਤਰ ਪ੍ਰਦੇਸ਼ ਦੀ ਸਰਕਾਰ ਹੈ ਤੇ ਮੌਕੇ ਦੀ ਜਿਹੜੀ ਕੇਂਦਰ ਦੀ ਸਰਕਾਰ ਹੈ, ਉਹ ਬਦਲਾ ਲਊ ਕਾਰਵਾਈ ਕਰਦੇ। ਬਹਾਨਾ ਬਣਾਇਆ ਜੀ, ਪੱਥਰ ਇੱਥੋਂ ਖਰੀਦਿਆ ਜੀ, ਰਾਜਸਥਾਨ ਤਰਾਸ਼ਣ ਵਾਸਤੇ ਭੇਜਿਆ ਜੀ, ਵਾਪਸ ਆਇਆ ਜੀ, ਇੰਨੇ ਪੈਸੇ ਅਫਸਰ ਖਾ ਗਿਆ, ਇੰਨੇ ਪੈਸੇ ਲੀਡਰ ਖਾ ਗਏ, ਇੰਨੇ ਪੈਸੇ ਮਾਇਆਵਤੀ, ਜੋ ਮਰਜ਼ੀ ਬਣਾਈ ਜਾਣ, ਹੈ ਤਾਂ ਬਦਲਾ ਲਊ ਕਾਰਵਾਈ ਹੈ। ਜੀ ਜੀ ਬਿਲਕੁਲ। ਪਰ ਜੋ ਕੁਝ ਮਾਇਆਵਤੀ ਕਰਕੇ ਗਈ ਉਹ ਵੀ ਕਿਹੜਾ ਜਾਇਜ਼ ਸੀ? ਉਹਨੂੰ ਜਾਇਜ਼ ਕੋਈ ਨਹੀਂ ਕਹਿ ਸਕਦਾ। ਇਸ ਕਰਕੇ ਨਿੰਦਰ ਸੁਣਾਉਣ ਵਾਲਾ ਕੋਈ ਨਹੀਂ। ਉਹਨੇ ਬਣਾ ਲਿਆ ਤਾਂ ਵੀ ਠੀਕ ਹੈ, ਉੱਤੇ ਕੇਸ ਬਣ ਗਏ ਤਾਂ ਵੀ ਠੀਕ ਹੈ, ਜੋ ਚੱਲਦਾ ਚੱਲੀ ਜਾਣ ਦੇ, ਹੋਰ ਕੀ ਹੋ ਸਕਦਾ। ਜੀ ਬਿਲਕੁਲ। ਪੰਤ ਸਾਹਿਬ, ਇੱਕ ਹੋਰ ਬੜਾ ਮਾਮਲਾ, ਸਥਿਤੀ ਗੰਭੀਰ ਹੋ ਰਹੀ ਹੈ। ਸਿੱਧੀ ਅਦਾਇਗੀ ਦੇ ਮਾਮਲੇ ਤੇ ਅਜੇ ਤੱਕ ਸਮਝ ਨਹੀਂ ਆ ਰਿਹਾ ਕਿ ਸਰਕਾਰ ਕੀ ਕਰੇ। ਜਾਂ ਪੰਜਾਬ ਸਰਕਾਰ ਦੇ ਹੁਣ ਮੰਤਰੀਆਂ ਦੀ ਮੀਟਿੰਗ ਹੋਈ ਹੈ ਕੇਂਦਰੀ ਮੰਤਰੀ ਦੇ ਨਾਲ, ਉਹਦੇ ਵਿੱਚੋਂ ਕੀ ਕੁਝ ਨਿਕਲਿਆ? ਕਿਉਂਕਿ 2 ਦਿਨ ਤੱਕ ਮੰਡੀਆਂ 'ਚ ਕਣਕ ਆਉਣੀ ਸ਼ੁਰੂ ਹੋ ਜਾਣੀ ਹੈ। ਕੀ ਮਾਮਲਾ ਲੱਗਦਾ ਹੈ, ਸਾਰਾ ਕੁਝ ਠੀਕ ਹੋ ਜਾਏਗਾ? ਦੇਖੋ, ਕੇਂਦਰ ਸਰਕਾਰ ਦੇ ਖੁਰਾਕ ਮੰਤਰੀ ਤੇ ਵਪਾਰ ਮੰਤਰੀ ਪਿਊਸ਼ ਗੋਇਲ ਨੇ ਕੱਲ੍ਹ ਦੀ ਮੀਟਿੰਗ 'ਚ ਪੰਜਾਬ ਦੇ 3 ਮੰਤਰੀਆਂ, ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੀ, ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੇ ਨਾਲ ਜੋ ਕੁਝ ਵਿਹਾਰ ਰੱਖਿਆ, ਉਹ ਵਿਹਾਰ ਸਿੱਧੀ ਬੇਇੱਜ਼ਤੀ ਵਾਲਾ। ਇਹਨਾਂ ਨੇ ਜਿਹੜੀਆਂ ਗੱਲਾਂ ਆਖੀਆਂ, ਉਹਨਾਂ ਨੇ ਆਖਿਆ ਜੀ ਕਰਨੀਆਂ ਹੀ ਕਰਨੀਆਂ। ਜੇ ਇਹਨਾਂ ਨੇ ਆਖਿਆ ਕਿਸਾਨਾਂ ਦੇ ਖਾਤਿਆਂ 'ਚ ਹਾਲਦੀ ਘੜੀ ਤੁਸੀਂ ਪੈਸੇ ਨਾ ਘੱਲੋ, ਜੀ ਸਾਡੀ ਸਾਡੀ ਗੱਲ ਮੰਨ ਲਓ। ਉਹ ਕਹਿੰਦੇ ਜੀ ਕਿੱਦਾਂ ਨਾ ਘੱਲੀਏ, ਜੇ ਕਿਸਾਨਾਂ ਦੇ ਖਾਤਿਆਂ 'ਚ ਸਿੱਧੀ ਪੇਮੈਂਟ ਨਹੀਂ ਕਰਨੀ ਤੇ ਅਸੀਂ ਪੰਜਾਬ 'ਚੋਂ ਕਣਕ ਨਹੀਂ ਖਰੀਦਣੀ। ਤਾਂ ਸਿੱਧੀ ਧਮਕੀ ਹੈ। ਜੇ ਇਹਨਾਂ ਨੇ ਆਖਿਆ ਕਿ ਖੜੇ ਪੈਰ ਹੁਣ ਜਮਾਬੰਦੀਆਂ ਦੀਆਂ ਨਕਲਾਂ ਵੈਬਸਾਈਟ ਤੇ ਚਾੜੀਆਂ ਨਹੀਂ ਜਾਣੀਆਂ, ਕਹਿੰਦੇ ਇੱਕ ਸੀਜ਼ਨ ਛੱਡ ਦਿੰਦੇ ਆ ਜੀ। ਤੇ ਕਹਿੰਦੇ ਜਦੋਂ ਤੁਸੀਂ ਇੱਕ ਸੀਜ਼ਨ ਛੱਡ ਦਿੱਤਾ ਫਿਰ ਲੋਕਾਂ ਦੇ ਖਾਤੇ 'ਚ ਪੈਸੇ ਕਿੱਦਾਂ ਜਾਣਗੇ? ਤੇ ਕੇਂਦਰ ਵਾਲਾ ਮੰਤਰੀ ਕਹਿੰਦਾ ਤੁਸੀਂ ਸੋਚੋ ਜਾ ਕੇ। ਉਹ ਕਹਿੰਦੇ ਜੀ ਜਿਹੜੇ ਲੋਕ ਬਗਾਨੀ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦੇ ਆ, ਉਹਨਾਂ ਦੇ ਪੈਸਿਆਂ ਦਾ ਕੀ ਕਰੋਗੇ? ਸਰਕਾਰ ਉਹਨਾਂ ਨੂੰ ਪੈਸੇ ਕਿੱਦਾਂ ਦੇਊਗੀ? ਕਹਿੰਦਾ ਮੇਰਾ ਕੰਮ ਨਹੀਂ, ਤੁਸੀਂ ਜਾ ਕੇ ਪੰਜਾਬ 'ਚ ਤੁਸੀਂ ਫੈਸਲਾ ਕਰੋ ਕੀ ਕਰਨਾ। ਜੀ, ਜਾਣ ਬੁੱਝ ਕੇ ਇਸ ਢੰਗ ਨਾਲ ਤਲਕਾ ਰਿਹਾ ਕਿ ਭਲਕੇ 10 ਤਰੀਕ ਨੂੰ ਜਦੋਂ ਖਰੀਦ ਸ਼ੁਰੂ ਹੋਣੀ ਆ ਤੇ ਪੰਜਾਬ ਦੀ ਸਰਕਾਰ ਫਸ ਜਾਵੇ, ਕਿਸਾਨ ਕਹਿਣ ਕਿ ਸਾਡੀ ਫਸਲ ਖਰੀਦੋ, ਪੰਜਾਬ ਸਰਕਾਰ ਆਖੇ ਕੇਂਦਰ ਖਰੀਦਦਾ ਨਹੀਂ। ਆਖਣ ਜੀ ਕੇਂਦਰ ਸਰਕਾਰ ਤਾਂ ਦਿੱਲੀ ਬੈਠੀ, ਸਾਨੂੰ ਤੁਸੀਂ ਦੱਸੋ ਕੀ ਕਰਦੇ ਆ। ਉਧਰ ਦਿੱਲੀ ਦੇ ਬਾਰਡਰਾਂ ਤੇ ਜਿਹੜੇ ਧਰਨੇ ਲੱਗੇ ਆ ਉਹ ਕੇਂਦਰ ਸਰਕਾਰ ਦੇ ਖਿਲਾਫ ਲੱਗੇ ਆ। ਪਰ ਇੱਥੇ ਮਾਹੌਲ ਇਸ ਤਰ੍ਹਾਂ ਦਾ ਬਣਾਓ ਕਿ ਪੰਜਾਬ ਦੇ ਕਿਸਾਨ, ਜਿਨ੍ਹਾਂ ਦੇ ਵਿਰੋਧ ਵਿੱਚ ਨਾ ਅਕਾਲੀ ਦਲ ਹੈ, ਨਾ ਆਮ ਆਦਮੀ ਪਾਰਟੀ ਤੇ ਨਾ ਕਾਂਗਰਸ ਪਾਰਟੀ, ਇੱਕੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਭਾਜਪਾ ਹੀ ਉਹਨਾਂ ਦੇ ਵਿਰੋਧ 'ਚ ਆ, ਉਹਨਾਂ ਕਿਸਾਨਾਂ ਨੂੰ ਪੰਜਾਬ ਦੀ ਸਰਕਾਰ ਦੇ ਨਾਲ ਟਕਰਾ ਦਿਓ। ਆਹ ਨੀਤੀ ਕੇਂਦਰ ਸਰਕਾਰ ਦੀ ਹੈ ਔਰ ਬਹੁਤ ਮਾੜੀ ਨੀਤੀ ਹੈ ਜਿਹਦੇ ਨੂੰ ਕੇਂਦਰ ਸਰਕਾਰ ਜਾ ਰਹੀ ਹੈ। ਬਿਲਕੁਲ। ਕੱਲ੍ਹ ਪੰਤ ਸਾਹਿਬ ਕਿਸਾਨਾਂ ਨੇ KMP ਹਾਈਵੇ ਵੀ ਘੇਰਨਾ ਹੈ। ਪਹਿਲਾਂ ਵੀ ਘੇਰਦੇ ਸੀਗੇ, 4-5 ਘੰਟੇ ਲਈ ਹੁੰਦਾ ਸੀ, ਹੁਣ 24 ਘੰਟੇ ਲਈ। ਦੂਸਰੇ ਪਾਸੇ ਸੁਪਰੀਮ ਕੋਰਟ ਨੇ ਇੱਕ ਪਟੀਸ਼ਨ ਤੇ ਸੁਣਵਾਈ ਵੀ ਕੀਤੀ ਹੈ ਕਿ ਸੜਕਾਂ ਖਾਲੀ ਹੋਣੀ ਚਾਹੀਦੀਆਂ। ਇਹ ਹੁਣ ਕੱਲ੍ਹ ਵਾਲੇ ਜੋ ਐਲਾਨ ਕੀਤਾ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਸੁਪਰੀਮ ਕੋਰਟ ਨੇ ਇਹ ਆਖਿਆ ਕਿ ਕੋਈ ਵੀ ਜਿਹੜਾ ਜਨਤਕ ਰਸਤਾ ਲੰਮੇ ਸਮੇਂ ਲਈ ਜਾਂ ਸਦਾ ਲਈ ਬੰਦ ਨਹੀਂ ਰੱਖਿਆ ਜਾ ਸਕਦਾ। ਜੀ, ਇਹਦਾ ਮਤਲਬ ਕਿ ਲੰਮਾ ਸਮਾਂ ਕਿੰਨਾ ਹੁੰਦਾ? ਲੰਮਾ ਸਮਾਂ 2 ਦਿਨ ਵੀ ਹੋ ਸਕਦੀ ਹੈ ਤੇ ਲੰਮਾ ਸਮਾਂ 2 ਮਹੀਨੇ ਵੀ ਤੇ 2 ਸਾਲ ਵੀ ਹੋ ਸਕਦੇ। ਬਿਲਕੁਲ। ਜੇ ਸਰਕਾਰ ਦੀ ਮਰਜ਼ੀ ਹੋਵੇ ਤੇ ਉਹ ਆਖੇ ਜੀ ਸਾਲਕ ਦਾ ਕੋਈ ਨਹੀਂ, ਜਦੋਂ ਵਧੇ ਤੇ ਲੰਮਾ ਸਮਾਂ ਗਣਾਂਗੇ। ਜੀ, ਸਰਕਾਰ ਦੀ ਮਰਜ਼ੀ ਉਹ ਆਖੇ ਜੀ 1 ਮਹੀਨਾ ਤੇ ਹੋ ਗਿਆ, ਹੁਣ ਇਹਨਾਂ ਦਾ 5ਵਾਂ ਮਹੀਨਾ ਚੱਲਦਾ ਪਿਆ ਤੇ ਇਹਨਾਂ 4-5 ਮਹੀਨੇ ਲੰਘਾ ਕੇ ਵੀ ਛੱਡਦੇ ਨਹੀਂ, ਇਹ ਲੰਮਾ ਸਮਾਂ ਹੋ ਗਿਆ। ਜੇ ਸਰਕਾਰ ਦੀ ਨੀਤ ਹੋਵੇ ਤੇ ਵੀ ਕਹਿ ਸਕਦੇ ਜਿਹਨਾਂ ਨੂੰ 3 ਘੰਟਿਆਂ ਵਾਸਤੇ ਆਖਿਆ ਸੀ 24 ਘੰਟੇ ਲਾ ਕੇ ਬਹਿ ਗਏ। ਜੀ, ਇਹ ਕੇਂਦਰ ਸਰਕਾਰ ਦੀ ਨੀਤ ਤੇ ਨਿਰਭਰ ਕਰੇਗਾ। ਉਸ ਲੰਮੇ ਸਮੇਂ ਦੀ ਡੈਫੀਨੇਸ਼ਨ ਜਿਹੜੀ ਆ ਉਹ ਕਿਸੇ ਵੀ ਕਿਸਮ ਦੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ ਜਾ ਸਕਦੇ।
ਜੀ ਦੂਸਰਾ, ਸੁਪਰੀਮ ਕੋਰਟ ਠੀਕ ਕਹਿੰਦੀ ਆ ਵੀ ਕੋਈ ਵੀ ਰਸਤਾ ਸਦਾ ਵਾਸਤੇ ਜਾਂ ਲੰਮੇ ਸਮੇਂ ਵਾਸਤੇ ਬੰਦ ਨਹੀਂ ਕੀਤਾ ਜਾ ਸਕਦਾ, ਪਰ ਇਹ ਤੋਂ ਪਹਿਲਾਂ ਸੁਪਰੀਮ ਕੋਰਟ ਇਹ ਵੀ ਕਹਿ ਚੁੱਕੀ ਹੈ ਕਿ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਜਮਹੂਰੀ ਢੰਗ ਨਾਲ ਆਪਣਾ ਪ੍ਰੋਟੈਸਟ, ਆਪਣਾ ਰੋਸ ਕਰਨ ਦਾ ਅਧਿਕਾਰ ਹੈ, ਜਦ ਤੱਕ ਕਿਸੇ ਦੂਸਰੇ ਦੀ ਜ਼ਿੰਦਗੀ 'ਚ ਦਖਲ ਨਹੀਂ ਦਿੰਦੇ। ਜੀ ਹੁਣ ਤੱਕ ਤਾਂ ਦਖਲ ਦਿੱਤਾ ਨਹੀਂ ਸੀ, ਦਖਲ ਦਿੱਤਾ ਸੀ ਤੇ ਪਿਛਲੇ ਮਹੀਨੇ ਜਦੋਂ ਸੁਪਰੀਮ ਕੋਰਟ ਨੇ ਆਖਿਆ ਕਿ ਲੋਕਤੰਤਰ ਦੇ ਵਿੱਚ ਅਧਿਕਾਰ ਹੈ ਲੋਕਾਂ ਨੂੰ ਧਰਨੇ ਦੇਣ ਦਾ, ਇਹ ਗੱਲ ਫਿਰ ਸੁਪਰੀਮ ਕੋਰਟ ਉਦੋਂ ਕਹਿ ਦਿੰਦੀ। ਹੁਣ ਕਹਿਣਗੇ ਜੀ ਵੇਖੋ ਬਗਾਨੀ ਜ਼ਿੰਦਗੀ 'ਚ ਦਖਲ ਤਾਂ ਇਹ ਦੇ ਰਿਹਾ, ਆਉਂਦੇ ਜਾਂਦੇ ਲੋਕਾਂ ਨੂੰ ਰਸਤਾ ਰੋਕ ਕੇ ਤੰਗ ਕਰਦੇ ਆ। ਜੇ ਤੰਗ ਕਰਦੇ ਤੇ ਪਿਛਲੇ ਮਹੀਨੇ ਜਦੋਂ ਸੁਪਰੀਮ ਕੋਰਟ ਨੇ ਆਖਿਆ ਸੀ ਤੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਲੋਕਤੰਤਰੀ ਅਧਿਕਾਰ ਹੈ, ਫਿਰ ਉਦੋਂ ਹੀ ਦੱਸਦੇ ਕਿ ਤੰਗ ਕਰਦੇ ਆ, ਉਦੋਂ ਤਾਂ ਕਿਸੇ ਨੇ ਆਖਿਆ ਨਹੀਂ। ਹੁਣ ਇਹ ਬ੍ਰੇਕਾਂ ਲਾ ਕੇ ਵਿੱਚੋਂ ਰੋਕ ਕੇ ਕੱਟ ਕਰਕੇ ਜਿਹੜੀ ਇਹ ਕਿਸਾਨਾਂ ਦੇ ਖਿਲਾਫ ਤਸ਼ੱਦਦ ਦੀ ਇੱਕ ਫਿਲਮ ਬਣਾਉਂਦੇ ਪਏ ਆ, ਉਸ ਫਿਲਮ ਦੇ ਵਿੱਚ ਅਦਾਲਤ ਵਿੱਚ ਕੇਸ ਕਰਕੇ ਅਦਾਲਤੀ ਸਿਸਟਮ ਨੂੰ ਵਰਤਣ ਦਾ ਯਤਨ ਕੀਤਾ ਜਾ ਰਿਹਾ ਜੀ, ਤਾਂ ਕਿ ਸਰਕਾਰ ਨੂੰ ਕਿਸਾਨਾਂ ਨੂੰ ਸੂਬੇ ਦੀਆਂ ਸਰਕਾਰਾਂ ਨਾਲ ਵੀ ਲੜਾਇਆ ਜਾਵੇ ਤੇ ਨਾਲ ਅਦਾਲਤ ਵਿੱਚ ਜਾ ਕੇ ਮੁੱਦਾ ਬਣਾ ਕੇ ਉਹਨਾਂ ਸਰਕਾਰਾਂ ਨੂੰ ਵੀ ਫਸਾਤਾ ਜਾਵੇ ਤੇ ਕਿਸਾਨਾਂ ਨੂੰ ਫਸਾਤਾ ਜਾਵੇ। ਅੱਗੇ ਇਹੋ ਜਿਹੇ ਮਾਮਲਿਆਂ 'ਚ ਅਦਾਲਤਾਂ ਦਖਲ ਨਹੀਂ ਦਿੰਦੀਆਂ, ਹੁਣ ਤੱਕ ਨਹੀਂ ਦਿੱਤਾ, 4.5 ਮਹੀਨੇ ਹੋ ਗਏ, 4.25 ਮਹੀਨੇ। ਹੁਣ ਅਦਾਲਤ ਇੱਕਦਮ ਦਖਲ ਕਿਉਂ ਦੇਣ ਤੁਰ ਪਈ ਆ? ਇਹਦਾ ਮਤਲਬ ਸਾਫ਼ ਹੈ ਕਿ ਇਹਦੇ 'ਚ ਕਿਤੇ ਨਾ ਕਿਤੇ ਕੋਈ ਗੜਬੜ ਹੋ ਰਹੀ ਆ। ਜਿਹੜੀ ਕੇਂਦਰ ਸਰਕਾਰ ਹੈ ਕਿਸੇ ਢੰਗ ਨਾਲ ਕਿਸਾਨਾਂ ਨੂੰ, ਸੂਬਿਆਂ ਦੀਆਂ ਸਰਕਾਰਾਂ ਨੂੰ, ਸਥਾਨਕ ਲੋਕਾਂ ਨੂੰ ਤੇ ਅਦਾਲਤਾਂ ਨੂੰ ਇੱਕ ਦੂਸਰੇ ਦੇ ਮੁਕਾਬਲੇ ਦੀਆਂ ਧਿਰਾਂ ਬਣਾ ਕੇ ਇਸ ਢੰਗ ਨਾਲ ਖੜਾ ਕਰਨਾ ਚਾਹੁੰਦੀ ਹੈ ਕਿ ਇਹਨਾਂ ਦੇ ਟਕਰਾਅ ਦੇ ਵਿੱਚੋਂ ਕੇਂਦਰ ਸਰਕਾਰ ਦਾ ਸਾਹ ਥੋੜ੍ਹਾ ਜਿਹਾ ਸੌਖਾ ਹੋ ਸਕੇ। ਚਾਰ ਬੜੀ ਚੁਸਤ ਹੈ, ਇਹ 'ਚੋਂ ਕਿਸਾਨ ਨਿਕਲਦੇ ਕਿ ਨਹੀਂ ਨਿਕਲਦੇ ਇਹ ਅਜੇ ਸਮਾਂ ਦੱਸੂਗਾ। ਜੀ ਸੁਪਰੀਮ ਕੋਰਟ ਨੇ ਇੱਕ ਜਾਦੂ ਰੋਕਣ ਵਾਲੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਮਨਾ ਕਰ ਦਿੱਤਾ, ਇਹਦਾ ਕੀ ਕਾਰਨ ਹੈ? ਇੱਕ ਗੱਲ ਹੋਰ ਦੱਸਿਓ ਕਿ ਜਦੋਂ ਅਸੀਂ ਪੰਜਾਬ ਤੋਂ ਬਾਹਰ ਜਾਂਦੇ ਹਾਂ ਜਾਂ ਪੰਜਾਬ ਵਿੱਚ ਐਂਟਰ ਕਰਦੇ ਹਾਂ, ਸਾਨੂੰ ਬੋਰਡ ਦੇਖਣ ਨੂੰ ਮਿਲ ਜਾਂਦੇ ਆ ਵੱਡੇ, ਕੁਝ ਜੋਤਸ਼ੀਆਂ ਦੇ ਹੁੰਦੇ ਆ, ਕੁਝ ਵੱਖਰੇ ਹੁੰਦੇ ਆ, ਆਇਲਸ ਨੂੰ ਲੈ ਕੇ ਬੈਂਡ ਲੈਣ ਦੀ ਗੱਲ ਹੁੰਦੀ ਹੈ, ਇਹ ਸਾਰੀਆਂ ਮਾਮਲਾ ਜੁੜਦਾ ਨਾਲ? ਵੀ ਤੁਸੀਂ ਪੰਜਾਬ ਤੋਂ ਬਾਹਰ ਜਾਣ ਦੀ ਤੁਹਾਨੂੰ ਲੋੜ ਕੀ ਹੈ? ਸਵੇਰੇ ਉੱਠ ਕੇ ਤੁਹਾਡੇ ਘਰ ਅਖਬਾਰ ਆਉਂਦੀ ਹੈ ਕਿ ਨਹੀਂ? ਜੀ, ਅਖਬਾਰਾਂ ਦੇ ਵਿੱਚ ਦੁਵਰਕੀਆਂ ਚਵਰਕੀਆਂ ਸਿੰਗਲ ਹੈਂਡ ਬਿੱਲ ਛਾਪੇ ਹੁੰਦੇ ਆ, ਪਾਏ ਹੁੰਦੇ ਆ, ਉਹਨਾਂ 'ਚ ਲਿਖਿਆ ਹੁੰਦਾ ਫਲਾਣੇ ਥਾਂ ਮੀਆਂ ਸਾਹਿਬ ਤੁਹਾਡੇ ਦੁੱਖ ਦੂਰ ਕਰ ਦੇਣਗੇ, ਤੁਹਾਡੀ ਘਰਵਾਲੀ ਰੁੱਸੀ ਉਹਨੂੰ ਮਨਾ ਦੇਣਗੇ ਹਫ਼ਤੇ 'ਚ, ਤੇ ਜੇ ਗੁਆਂਢੀਆਂ ਦੀ ਘਰਵਾਲੀ ਫਸਾਉਣੀ ਆ ਤੇ ਉਹ ਵੀ ਫਸਾ ਦੇਣਗੇ। ਇੱਦਾਂ ਦੇ ਉਹ ਸਾਰੇ ਕੁਝ ਆਉਂਦੇ ਆ। ਕੀ ਇਹਨਾਂ ਦਾ ਕਦੇ ਕਿਸੇ ਸਰਕਾਰ ਨੇ ਨੋਟਿਸ ਲਿਆ, ਕਿਤੇ ਅਦਾਲਤ ਨੇ ਨੋਟਿਸ ਲਿਆ? ਇਹ ਸਾਰਾ ਗੰਦ ਉਹ 'ਚ ਛਪਿਆ ਹੁੰਦਾ। ਕੱਲਾ ਉਹ ਜਿਹੜੇ ਹੈਂਡ ਬਿੱਲ ਛਪਦੇ ਆ ਉਹਨਾਂ ਵਿੱਚ ਨਹੀਂ ਹੁੰਦਾ ਜੀ। ਅਖਬਾਰਾਂ ਦੇ ਵਿੱਚ ਵੀ ਇੱਦਾਂ ਦੇ ਇਸ਼ਤਿਹਾਰ ਹੁੰਦੇ ਆ, ਕਾਲਾ ਇਲਮ ਫਲਾਨਾ, ਪੰਡਿਤ ਜੀ ਮਹਾਰਾਜ, ਫਲਾਨੇ ਜੀ ਮਹਾਰਾਜ, ਉਹ ਸਾਰੇ ਹੁੰਦੇ ਨੇ, ਉਪਾਅ ਕੀਤੇ ਜਾਣਗੇ ਤੁਹਾਡੇ ਲਈ। ਬਿਲਕੁਲ ਬੰਗਾਲ ਦਾ ਜਾਦੂ, ਤੁਸੀਂ ਕਿਸੇ ਚੌਕ ਵਿੱਚ ਜਾ ਖਲੋਏ ਨੇ, ਲੁਧਿਆਣਾ ਹੋਵੇ, ਜਲੰਧਰ ਹੋਵੇ, ਅੰਮ੍ਰਿਤਸਰ ਹੋਵੇ, ਪਟਿਆਲਾ ਹੋਵੇ, ਬਠਿੰਡਾ ਹੋਵੇ, ਜੇ 2 ਮਿੰਟ ਖਲੋਣਾ ਪੈ ਜਾਂਦਾ ਗੱਡੀ ਖਲੋ ਜਾਂਦੀ ਹੈ ਜੀ। ਉੱਥੇ ਮੁੰਡੇ ਤੇ ਕੁੜੀਆਂ ਆ ਕੇ ਤੁਹਾਡੀ ਗੱਡੀ ਦੇ ਅਗਲੇ ਪਾਸੇ ਵੈਪਰ ਦੇ ਵਿੱਚ ਕਾਰਡ ਲਮਕਾਈ ਜਾਂਦੇ। ਜਦੋਂ ਕਾਰਡ ਕੱਢ ਕੇ ਪੜੋ 'ਚ ਲਿਖਿਆ ਹੁੰਦਾ ਕਾਲਾ ਇਲਮ ਇਸ ਨੰਬਰ ਤੇ ਉੱਤੇ ਫੋਨ ਕਰੋ, ਬਿਲਕੁਲ ਤੁਹਾਡੀਆਂ ਸਮੱਸਿਆਵਾਂ ਦੂਰ ਕਰਨਗੇ। ਜੋ ਸਾਡੀਆਂ ਸਮੱਸਿਆਵਾਂ ਦੂਰ ਕਰਨ ਜੋਗੇ ਹੈਗੇ ਨੇ ਤੇ ਆਪ 100 ਰੁਪਏ ਦੀ ਠੱਗੀ ਮਾਰ ਕੇ ਤੇ ਇਹੋ ਜਿਹੇ ਖੁੱਡਿਆਂ 'ਚ ਬੈਠ ਕੇ ਤੇ ਆਹ ਕੰਮ ਕਿਉਂ ਕਰਦੇ ਪਏ ਨੇ? ਆਪਣੀ ਸਮੱਸਿਆ ਪਹਿਲਾਂ ਘਰ ਦੀ ਹੱਲ ਕਰ ਲੈਣ। ਇੱਥੇ ਜਲੰਧਰ 'ਚ ਇੱਕ ਹੁੰਦਾ ਸੀ ਇੱਦਾਂ ਦਾ, ਉਸ ਹੱਥ ਵੇਖਣ ਵਾਲੇ ਦੇ ਕੋਲ ਪਾਂਦੇ ਕੋਲ ਰੋਜ਼ ਹਰ ਵਕਤ 50 60 100 ਬੰਦਿਆਂ ਦੀ ਕਤਾਰ ਲੱਗੀ ਹੁੰਦੀ ਸੀ ਜੀ। ਤੇ ਇੱਕ ਦਿਨ ਪੁਲਿਸ ਆਈ ਤੇ ਉਹਨੂੰ ਬਾਹੋਂ ਫੜ ਕੇ ਲੈ ਗਈ, ਕੇਸ ਦਰਜ ਕਰਕੇ ਜੇਲ੍ਹ ਭੇਜਤਾ ਕਿਉਂਕਿ 9 ਦਾ ਮਾਮਲਾ ਆ ਗਿਆ ਸੀ। ਜਿਹੜਾ ਸਾਰਿਆਂ ਦੇ ਭੁੱਖ ਦੱਸਦਾ ਸੀ, ਭਲਾ ਬੁਰਾ ਦੱਸਦਾ ਸੀ, ਉਹਨੂੰ ਆਪਣਾ ਪਤਾ ਹੀ ਨਹੀਂ ਲੱਗਾ। ਇਹ ਸਾਰਾ ਕੁਝ ਹੁੰਦਾ ਪਿਆ, ਉਹਨੂੰ ਪੁੱਛਦਾ ਕੌਣ ਹੈ ਜੀ? ਆਈਲੈਟਸ ਫਲਾਈਲੈਟਸ ਵਿਦੇਸ਼ ਭੇਜ ਦਿਆਂਗੇ। ਇੱਕ ਤੋਂ ਇੱਕ ਠੱਗੀ ਦੇ ਇਸ਼ਤਿਹਾਰ ਛਪਦੇ ਪਏ ਆ ਜੀ। ਇਹ ਤੇ ਕਿਤੇ ਨਾ ਕਿਤੇ ਪਾਬੰਦੀ ਚਾਹੀਦੀ ਆ। ਇਹਦੇ ਬਾਰੇ ਇੱਥੇ ਹੀ ਨਹੀਂ, ਸਾਰੇ ਦੇਸ਼ ਦੇ ਵਿੱਚ ਇੱਕ ਮੁਹਿੰਮ ਚੱਲਦੀ ਪਈ ਆ। ਆਂਧਰਾ ਪ੍ਰਦੇਸ਼ ਦੇ ਵਿੱਚ ਨਰਿੰਦਰ ਡਬੋਲਕਰ ਨੇ ਇਹੋ ਲੜਾਈ ਲੜੀ ਸੀ, ਅੰਧ ਸ਼ਰਧਾ ਉਨਮੂਲਨ ਸਮਿਤੀ ਬਣਾਈ ਸੀ ਕਿ ਜਿਹੜੀ ਅੰਨੀ ਸ਼ਰਧਾ, ਇੱਥੇ ਕੁਝ ਲੋਕ ਇਹੋ ਜਿਹਾ ਜਿਹੜਾ ਪੁੱਤਰ ਬੀਜ ਮੰਤਰ ਦਿੰਦੇ ਆ ਕਿ ਤੁਸੀਂ ਇਹ ਲੈ ਜਾਓ ਤੇ ਤੁਹਾਡੇ ਘਰ ਧੀ ਨਹੀਂ ਪੁੱਤਰ ਹੀ ਪੈਦਾ ਹੋਵੇਗਾ, ਉਹਦੇ ਖਿਲਾਫ ਉਹਨੇ ਮੁਹਿੰਮ ਚਲਾਈ ਸੀ ਕਿ ਲੋਕਾਂ ਨੂੰ ਲੁੱਟਿਆ ਜਾ ਰਿਹਾ, ਉਹਦਾ ਕਤਲ ਹੋ ਗਿਆ। ਉਹਦੇ ਵਾਲੀ ਮੁਹਿੰਮ ਨੂੰ ਅੱਗੇ ਵਧਾਇਆ ਗੋਬਿੰਦ ਪਾਂਸਰੇ ਨੇ, ਉਹਦਾ ਕਤਲ ਹੋ ਗਿਆ। ਇਹਨਾਂ ਦੋਵਾਂ ਤੋਂ ਬਾਅਦ ਕਰਨਾਟਕਾ ਦਾ ਵਾਈਸ ਚਾਂਸਲਰ ਕਲਬੁਰਗੀ, ਉਹਨੇ ਅੱਗੇ ਵਧਾਇਆ, ਉਹਦਾ ਕਤਲ ਹੋ ਗਿਆ। ਇੱਥੇ ਨੇਕ ਸੋਚ ਵਾਲੇ ਜਿਹੜੇ ਜਗ ਦੇ ਮੱਥੇ ਵਾਲੇ ਜਿਹੜੇ ਲੋਕਾਂ ਨੂੰ ਬਚਾਉਣਾ ਚਾਹੁੰਦੇ ਆ ਜੀ, ਉਹਨਾਂ ਦੇ ਕਤਲ ਹੋ ਰਿਹਾ। ਸਰਕਾਰਾਂ ਦੋਸ਼ੀ ਨਹੀਂ ਲੱਭ ਰਹੀਆਂ, ਪਰ ਜਿਹੜੇ ਉਹ ਨੇ ਉਹ ਕਤਲ ਕਰਵਾਈ ਜਾਂਦੇ ਨੇ। ਵਾਜਪਾਈ ਸਰਕਾਰ ਦੇ ਵਕਤ
ਇੱਕ ਵਾਰੀ ਆਲ ਇੰਡੀਆ ਓਝਾ ਸੰਮੇਲਨ ਹੋਇਆ ਸੀ ਪਟਨੇ 'ਚ। ਓਝਾ ਕੌਣ ਹੁੰਦੇ ਆ? ਕਿਸੇ ਦੇ ਜਾਦੂ ਮੰਤਰ ਕੱਢਣ ਵਾਸਤੇ, ਭੂਤ ਪ੍ਰੇਤ ਕੱਢਣ ਵਾਸਤੇ ਥਾਲੀਆਂ ਖੜਕਾਟ ਕਰਕੇ ਡੰਡਿਆਂ ਨਾਲ ਚਿਮਟਿਆਂ ਨਾਲ ਕੁੱਟਣ ਵਾਲੇ ਜਿਹੜੇ ਹੁੰਦੇ ਉਹ ਹੁੰਦੇ। ਉਹਨਾਂ ਦਾ ਸੰਮੇਲਨ ਹੋਇਆ ਤੇ ਇੱਕ ਕੇਂਦਰੀ ਮੰਤਰੀ ਸੀ, ਉਹ ਸਾਰੇ ਕੱਪੜੇ ਲਾ ਕੇ ਇਕੱਲੇ ਕਾਲੇ ਕੱਛੇ ਨਾਲ ਆਪਣੇ ਸਰੀਰ ਦੇ ਉੱਤੇ ਤੇਲ ਮਲ ਕੇ ਹੱਥ 'ਚ ਇੱਕ ਗੰਡਾਸਾ ਲੈ ਕੇ ਤੇ ਉੱਥੇ ਢੋਲ ਦੀ ਛਾਪ ਦੇ ਉੱਤੇ ਨੱਚਿਆ ਸੀ। ਕਹਿੰਦਾ ਅਸੀਂ ਤੇ ਇਹੋ ਕੁਛ ਕਰਦੇ ਹੁੰਦੇ ਹਾਂ ਜੀ। ਐਸੇ ਹਿੰਦੁਸਤਾਨ ਦੇ ਵਿੱਚ ਤੇ ਸਾਰਾ ਕੁਝ ਹੋਈ ਜਾਂਦਾ। ਅਦਾਲਤਾਂ ਇਹੋ ਜਿਹੇ ਮਾਮਲਿਆਂ 'ਚ ਕੋਈ ਦਖਲ ਨਹੀਂ ਦੇ ਰਹੀਆਂ। ਸਰਕਾਰਾਂ, ਇਸ ਦੇਸ਼ ਦੇ ਸੰਵਿਧਾਨ ਦੇ ਵਿੱਚ ਇਹ ਲਿਖਿਆ ਕਿ ਸਰਕਾਰ ਲੋਕਾਂ ਦੇ ਜਿਹੜਾ ਸੈਕੂਲਰ ਹੈ ਸੋਚ, ਜਿਹੜੀ ਵਿਗਿਆਨਕ ਸੋਚ ਆ ਜੀ, ਉਹਨੂੰ ਡਿਵੈਲਪ ਕਰਨ ਵਾਸਤੇ ਯਤਨ ਕਰੇਗੀ। ਇੱਥੇ ਵਿਗਿਆਨਕ ਸੋਚ ਡਿਵੈਲਪ ਕਰਨ ਦੀ ਥਾਂ ਤੇ ਸਾਨੂੰ ਇਹ ਖਬਰ ਸੁਣਨ ਨੂੰ ਮਿਲਦੀ ਹੈ ਕਿ ਫਲਾਣੇ ਰਾਜ ਦੀ ਫਲਾਣੀ ਯੂਨੀਵਰਸਿਟੀ ਦੇ ਵਿੱਚ ਹੁਣ ਭੂਤ ਪ੍ਰੇਤਾਂ ਦੀ ਵੀ ਪੜ੍ਹਾਈ ਕਰਾਈ ਜਾਊਗੀ। ਬਿਲਕੁਲ, ਇਹਦੀਆਂ ਡਿਗਰੀਆਂ ਦਿੱਤੀਆਂ ਜਾਣਗੀਆਂ। ਦੁਨੀਆ ਅੱਗੇ ਨੂੰ ਜਾ ਰਹੀ ਹੈ ਚੰਦ ਤਾਰਿਆਂ ਵੱਲ। ਇਹ ਸਿਖਾ ਰਹੇ ਆ ਕਿ ਜਦੋਂ ਜਿਹੜਾ ਸੂਰਜ ਹੈ ਇਹਨੂੰ ਕੋਈ ਫਲਾਣਾ ਦੇਵਤਾ ਫਲਾਣਾ ਰਾਖਸ਼ ਮੂੰਹ 'ਚ ਪਾ ਲੈਂਦਾ ਤੇ ਗ੍ਰਹਿਣ ਲੱਗ ਜਾਂਦਾ ਜੀ। ਜੇ ਇਹ ਅਜੇ ਵੀ ਉੱਪਰ ਬੈਠੇ ਚੰਦ ਤਾਰੇ ਸਾਰੇ ਦੇਵਤੇ ਹੀ ਨੇ, ਇਹਨਾਂ ਨੂੰ ਦੇਵਤਿਆਂ ਨਾਲੋਂ ਵੀ ਵੱਡੇ ਰਾਖਸ਼ ਆ ਕੇ ਤੇ ਚੰਦ ਨੂੰ ਜਿਹੜਾ ਪਤਾ ਨਹੀਂ ਕਿੰਨੀਆਂ ਧਰਤੀਆਂ ਨੂੰ ਰੋਸ਼ਨੀ ਦਿੰਦਾ ਜੀ, ਅੱਗ ਦਾ ਗੋਲਾ, ਉਹਨੂੰ ਮੂੰਹ 'ਚ ਪਾ ਲੈਂਦਾ। ਫਿਰ ਇੱਥੇ ਇਸ ਹਿੰਦੁਸਤਾਨ ਦੇ ਵਿੱਚ ਲੋਕਾਂ ਦੀ ਵਿਗਿਆਨਕ ਸੋਚ ਕੌਣ ਡਿਵੈਲਪ ਕਰੇਗਾ? ਹਿੰਦੁਸਤਾਨ ਠੀਕ ਲੇ ਤੇ ਨਹੀਂ ਜਾ ਰਿਹਾ, ਗਲਤ ਪਾਸੇ ਨੂੰ ਜਾ ਰਿਹਾ। ਬਿਲਕੁਲ। ਪੰਜ ਸਾਹਿਬ, ਕਰੋਨਾ ਵਾਇਰਸ ਦੀ ਗੱਲ ਕਰਦੇ ਹਾਂ, ਤੇਜ਼ੀ ਨਾਲ ਕੇਸ ਵੱਧ ਰਹੇ ਨੇ। ਦੂਸਰੇ ਪਾਸੇ ਵੈਕਸੀਨ ਨੂੰ ਲੈ ਕੇ ਵੀ ਸਿਆਸਤ ਸ਼ੁਰੂ ਹੋ ਗਈ। ਮਹਾਰਾਸ਼ਟਰ ਵਿੱਚ ਅਸੀਂ ਦੇਖ ਰਹੇ ਹਾਂ ਇੱਕ ਦੂਸਰੇ ਦੇ ਉੱਪਰ ਦੋਸ਼ ਲੱਗ ਰਿਹਾ। ਉਸ ਤੋਂ ਬਾਅਦ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜਾ ਕੱਚਾ ਮਾਲ ਸਪਲਾਈ ਕੀਤਾ ਜਾਂਦਾ ਹੈ ਜਾਂ ਵਿਦੇਸ਼ ਤੋਂ ਮੰਗਵਾਉਂਦੇ ਆ ਦਵਾਈ ਬਣਾਉਣ ਲਈ, ਉੱਤੇ ਰੋਕ ਲਗਾ ਦਿੱਤੀ ਗਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਮਤਲਬ ਇੱਕ ਹੋਰ ਖਤਰਾ ਪੈਦਾ ਹੋ ਸਕਦਾ। ਦੇਖੋ, ਸਮੱਸਿਆ ਤਾਂ ਬਹੁਤ ਵੱਧ ਗਈ ਹੈ ਜੀ। ਹਫ਼ਤਾ ਸ਼ੁਰੂ ਹੁੰਦਿਆਂ ਹੀ ਪਹਿਲਾਂ ਕੇਸ ਆਏ ਇੱਕ ਦਿਨ 'ਚ 97,000, ਫਿਰ ਅਗਲੇ ਦਿਨ ਆਏ 1,03,000, ਅਗਲੇ ਦਿਨ ਹੋ ਗਏ 1,08,000, ਫਿਰ ਅਗਲੇ ਦਿਨ ਹੋ ਗਏ 1,15,000, ਫਿਰ 1,26,000 ਜੀ। ਅੱਜ ਹੁਣ ਰਿਪੋਰਟ ਹੈ ਕਿ 1,37,000 ਕੇਸ ਆ ਗਏ ਨੇ ਇੱਕੋ ਦਿਨ 'ਚ। ਜੀ। ਮਤਲਬ ਹਿੰਦੁਸਤਾਨ 'ਚ ਤਰਾਹ ਹੋਈ ਪਈ ਹੈ। ਇਹਨੂੰ ਰੋਕਣ ਵਾਸਤੇ ਯਤਨ ਸਾਂਝੇ ਚਾਹੀਦੇ ਆ। ਪ੍ਰਧਾਨ ਮੰਤਰੀ ਨੇ ਕੱਲ੍ਹ ਮੁੱਖ ਮੰਤਰੀਆਂ ਦੀ ਮੀਟਿੰਗ 'ਚ ਕਹਿ ਦਿੱਤਾ ਰਾਜਨੀਤੀ ਨਾ ਕਰੋ। ਪ੍ਰਧਾਨ ਮੰਤਰੀ ਸਾਹਿਬ ਆਪ ਤਾਂ ਕੋਈ ਰਾਜਨੀਤੀ ਨਹੀਂ ਕਰਦੇ। ਕਿਉਂ ਨਹੀਂ ਰਾਜਨੀਤੀ ਹੋ ਰਹੀ? ਮੱਧ ਪ੍ਰਦੇਸ਼ ਦੇ ਵਿੱਚ 5-7 ਹਜ਼ਾਰ ਲੋਕ ਮਰਨ, ਉੱਥੇ ਤੁਸੀਂ 40 ਲੱਖ ਵੈਕਸੀਨ ਦੇ ਦਿਓ ਜੀ। ਮਹਾਰਾਸ਼ਟਰ 'ਚ 56,000 ਤੋਂ ਵੀ ਵੱਧ, 56,500 ਲੋਕ ਮਰ ਜਾਣ, ਉੱਥੇ ਤੁਸੀਂ 17 ਲੱਖ ਵੈਕਸੀਨ ਦਿਓ। ਘੱਟ ਜਿੱਥੇ ਸਮੱਸਿਆ ਉੱਥੇ 40 ਲੱਖ ਦਿਓ, ਜਿੱਥੇ ਵੱਧ ਆ ਉਹਦੇ ਨਾਲੋਂ 9 ਗੁਣੀ ਮਤਲਬ ਸਮੱਸਿਆ ਹੋਈ ਪਈ ਆ, ਸ਼ਾਇਦ 14 ਗੁਣੀ, ਜਿੱਥੇ 14 ਗੁਣੀ ਸਮੱਸਿਆ ਉੱਥੇ ਤੁਸੀਂ ਸਿਰਫ 17 ਲੱਖ ਵੈਕਸੀਨ ਦਿਓ। ਰਾਜਨੀਤੀ ਕੌਣ ਕਰਦਾ? ਰਾਜਨੀਤੀ ਇੱਥੋਂ ਹੋ ਰਹੀ ਹੈ। ਦੂਜਾ ਇਹ ਹੈ ਕਿ ਅਮਰੀਕਾ ਤੋਂ, ਬਰਤਾਨੀਆ ਤੋਂ ਕੱਚਾ ਮਾਲ ਆਉਂਦਾ ਜਿਹਦੇ ਨਾਲ ਦਵਾਈ ਬਣਦੀ ਹੈ। ਉਹ ਕੱਚਾ ਮਾਲ ਹੁਣ ਤੱਕ ਤੇ ਕਹਿੰਦੇ ਸੀ ਸਾਡੇ ਸਾਰਿਆਂ ਦੇ ਨਾਲ ਸਾਂਝ ਬੜੀ ਪੱਕੀ ਹੈ ਜੀ, ਤੇ ਉਹ ਸਾਂਝ ਪੱਕੀ ਦੇ ਵਿੱਚੋਂ ਉਹਨਾਂ ਨੇ ਕੱਚਾ ਮਾਲ ਜੇ ਦੇਣਾ ਘਟਾ ਦਿੱਤਾ ਜਾਂ ਬੰਦ ਕਰ ਦਿੱਤਾ ਜਾਂ ਰੋਕਤਾ ਜਾਂ ਕੋਈ ਹੋਰ ਸਮੱਸਿਆ ਆ ਗਈ, ਤੇ ਜਿਹੜਾ ਭਾਰਤ ਹੈ ਇਸ ਵੇਲੇ ਬਹੁਤ ਵੱਡੀ ਮੁਸ਼ਕਿਲ 'ਚ ਫਸਿਆ ਪਿਆ। ਇਹਦੇ ਲੋਕ ਕਰਨਗੇ ਕੀ? ਇਹਨਾਂ ਲੋਕਾਂ ਵਾਸਤੇ ਕੋਈ ਨਾ ਕੋਈ ਪ੍ਰਬੰਧ ਕਰਨਾ ਚਾਹੀਦਾ। ਜੇ ਇੱਕ ਪਾਸੇ ਤੋਂ ਰਸਤਾ ਬੰਦ ਹੁੰਦਾ ਤੇ ਭਾਰਤ ਸਰਕਾਰ ਨੂੰ ਯਤਨ ਕਰਕੇ ਖੜੇ ਪੈਰ ਕੁਛ ਨਾ ਕੁਛ ਹੋਰ ਰਸਤੇ ਖੋਲ੍ਹਣ ਵਾਸਤੇ ਯਤਨ ਕਰਨਾ ਚਾਹੀਦਾ। ਇਸ ਵੇਲੇ ਦੀ ਸਮੱਸਿਆ ਇਹ ਹੈ ਕਿ ਭਾਰਤ ਸਰਕਾਰ ਚੋਣਾਂ 'ਚ ਰੁੱਝੀ ਆ। ਪਹਿਲਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੋਸ਼ ਲੱਗਦਾ ਸੀ ਕਿ ਦੇਸ਼ 'ਚ ਰਹਿੰਦੇ ਨਹੀਂ, ਬਹੁਤਾ ਬਾਹਰ ਹੀ ਘੁੰਮਦੇ ਰਹਿੰਦੇ ਆ। ਹਰ ਵਾਰੀ ਆ ਕੇ ਕਹਿੰਦੇ ਫਲਾਨਾ ਦੇਸ਼ ਜਿੱਥੇ ਅੱਜ ਤੱਕ ਕੋਈ ਨਹੀਂ ਸੀ ਗਿਆ ਉੱਥੇ ਮੈਂ ਜਾ ਕੇ ਆਇਆ, ਔਰ ਇਹੋ ਲੱਭਣ ਲੱਗੇ ਰਹਿੰਦੇ ਸੀ ਕਿ ਕਿਹੜਾ ਦੇਸ਼ ਆ ਉਹ ਜਿੱਥੇ ਹੁਣ ਤੱਕ ਕੋਈ ਨਹੀਂ ਗਿਆ ਤੇ ਮੈਂ ਜਾਵਾਂ ਤੇ ਮੈਂ ਪਹਿਲੀ ਵਾਰ ਆਉਣ ਵਾਲਾ ਪ੍ਰਧਾਨ ਮੰਤਰੀ ਬਣ ਜਾ। ਇਸੇ ਕੰਮ ਲੱਗੇ ਰਹਿੰਦੇ ਸੀ। ਕਮੇਡੀਅਨ ਮਜ਼ਾਕ ਕਰ ਦਿੰਦੇ ਸੀ, ਵਿਅੰਗਕਾਰ ਮਜ਼ਾਕ ਕਰਦੇ ਸਨ। ਅੱਜ ਦੀ ਤਾਜ਼ਾ ਖਬਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੇਸ਼ ਦਾ ਦੌਰਾ ਕਰਨ ਆਏ। ਹੁਣ ਅੱਜ ਕੱਲ੍ਹ ਵਿਦੇਸ਼ ਨਹੀਂ ਹੋ ਜਾ ਰਹੇ, ਇੱਕ ਬੰਗਲਾਦੇਸ਼ ਜ਼ਰੂਰ ਗਏ ਜੀ, ਹੋਰ ਕਿਤੇ ਨਹੀਂ ਜਾ ਰਹੇ। ਤੇ ਅੱਜ ਕੱਲ੍ਹ ਦੇਸ਼ ਦੇ ਅੰਦਰ ਹੀ ਇਸ ਸੂਬੇ 'ਚ ਉਸ ਸੂਬੇ 'ਚ ਚੋਣਾਂ। ਬਿਲਕੁਲ। ਇਹਨਾਂ ਚੋਣਾਂ 'ਚ ਵੀ ਪਤਾ ਨਹੀਂ ਕੀ ਹੋਣਾ। ਪਹਿਲਾਂ 5 ਸੂਬਿਆਂ 'ਚ ਚੋਣਾਂ ਸੀ, ਹੁਣ ਬੰਗਾਲ ਕੱਲੇ ਦੀਆਂ ਚੋਣਾਂ। ਚੋਣ ਕਮਿਸ਼ਨ ਨੇ 8 ਗੇੜ ਰੱਖਤੇ ਆ, ਪਹਿਲੇ 3 ਗੇੜ ਲੰਘੇ ਆ, ਬਾਕੀ 5 ਖਿਲਰਵੇ ਲਾਏ ਇਸ ਕਰਕੇ ਆ ਕਿ ਹਰ ਚੋਣ ਵਾਸਤੇ 2-2 ਗੇੜੇ ਪ੍ਰਧਾਨ ਮੰਤਰੀ ਸਾਹਿਬ ਬੰਗਾਲ ਦਾ ਲਾ ਸਕਣ ਜੀ। ਤੇ ਜੇ ਜਦੋਂ ਵੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਗ੍ਰਹਿ ਮੰਤਰੀ ਨੇ, ਕੇਂਦਰ ਦੀ ਸਰਕਾਰ ਨੇ ਚੋਣਾਂ ਦੇ ਗੇੜ ਵਿੱਚ ਹੀ ਪਈ ਰਹਿਣਾ ਤੇ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਕੌਣ ਕਰੇਗਾ? ਕਰੋਨਾ ਵਾਇਰਸ ਮੀਟਿੰਗਾਂ ਕਿਤੇ ਤਾਂ ਨਹੀਂ ਬੰਦ ਹੋਈਆਂ ਜੀ। ਇੱਕ ਮੁਹਾਵਰਾ ਹੁੰਦਾ ਸੀ ਬਾਬਿਆਂ ਦਾ, ਕਹਿੰਦੇ ਤੁਸੀਂ
ਉਦਮ ਅੱਗੇ ਲక్ష్ਮੀ, ਪੱਖੇ ਅੱਗੇ ਪੌਣ। ਜੇ ਕੁਝ ਕਮਾਈ ਕਰਨੀ ਤੇ ਉਦਮ ਕਰਨਾ ਪਊ। ਪੱਖੇ ਅੱਗੇ ਬੈਠੇ ਰਹੇ ਪੌਣ, ਯਾਨੀ ਉੱਥੇ ਤੇ ਫਿਰ ਹਵਾ ਹੀ ਮਿਲਣੀ ਜੀ। ਇਹ ਪ੍ਰਧਾਨ ਮੰਤਰੀ ਜਿਹੜੇ ਕੰਮ ਕਰਨੇ ਆ ਉਹਨਾਂ ਕੰਮਾਂ ਦਾ ਕੋਈ ਉਦਮ ਨਹੀਂ ਕਰ ਰਹੇ। ਤੇ ਸਾਰੇ ਦੇਸ਼ ਦੇ ਵਿੱਚ ਅੱਡ-ਅੱਡ ਰਾਜਾਂ 'ਚ ਚੋਣਾਂ, ਜਿੱਥੇ ਚੋਣਾਂ ਹੁੰਦੀਆਂ ਪਈਆਂ ਉੱਥੇ ਘੁੰਮ ਰਹੇ ਨੇ। ਜਿੱਥੇ ਚੋਣਾਂ ਅਗਲੇ ਸਾਲ ਹੁੰਦੀਆਂ ਨੇ ਉਹਨਾਂ ਵਾਸਤੇ ਹੁਣੇ ਤੋਂ ਤਿਆਰੀਆਂ ਦੀਆਂ ਰੈਲੀਆਂ ਕਰਨ ਵਾਸਤੇ ਤੁਰ ਪਏ ਨੇ। ਦੇਸ਼ ਚਲਾਉਣ ਵਾਸਤੇ ਕੁਝ ਟਾਈਮ ਤਾਂ ਉਸ ਦੇਸ਼ ਵਾਸਤੇ ਵੀ ਦੇਣਾ ਚਾਹੀਦਾ ਜਿਸ ਦੇਸ਼ ਦੇ ਲੋਕਾਂ ਨੇ ਇੱਕ ਵਾਰ ਨਹੀਂ ਲਗਾਤਾਰ 2 ਵਾਰੀ ਪ੍ਰਧਾਨ ਮੰਤਰੀ ਚੁਣਿਆ ਜੀ। ਝੂਠੇ ਵਾਅਦਿਆਂ ਦੇ ਬਾਵਜੂਦ, ਜਦੋਂ ਪਤਾ ਲੱਗ ਗਿਆ ਕਿ ਵਾਅਦੇ ਝੂਠੇ ਆ, ਇਹਦੇ ਬਾਵਜੂਦ ਲੋਕਾਂ ਨੇ ਚੁਣਿਆ। ਸ਼ਾਇਦ ਇਸ ਕਰਕੇ ਚੁਣਿਆ ਕਿ ਅਜੇ ਵੀ ਆਸ ਹੈ ਜੇ ਹਾਰ ਗਏ ਤੇ ਉਹ 15 ਲੱਖ ਕੌਣ ਦਊਗਾ, ਪਰ ਚੁਣਿਆ ਤੇ ਹੈਗਾ ਨਾ। ਜਿਨ੍ਹਾਂ ਨੇ ਚੁਣਿਆ ਉਹਨਾਂ ਵਾਸਤੇ ਕੁਝ ਤਾਂ ਚੇਤਾ ਰੱਖਣਾ ਚਾਹੀਦਾ। ਉਹ ਚੇਤਾ ਨਹੀਂ, ਚੇਤਾ ਚੋਣਾਂ ਦਾ ਜ਼ਿਆਦਾ। ਬਿਲਕੁਲ, ਚੋਣਾਂ ਦੀ ਵੀ ਪੰਨੂ ਸਾਹਿਬ ਗੱਲ ਆਪਾਂ ਕਰਦੇ ਪਏ ਆ, ਸਮਾਂ ਵੀ ਚਲੋ ਖਤਮ ਹੋਣ ਵਾਲਾ ਹੈ। ਕੱਲ੍ਹ ਨੂੰ ਵੀ ਤੀਜੇ ਗੇੜ ਦੀਆਂ ਮੈਨੂੰ ਲੱਗਦਾ ਚੋਣਾਂ ਉੱਥੇ ਸ਼ੁਰੂ ਹੋ ਜਾਣੀਆਂ। ਕੱਲ੍ਹ ਨੂੰ ਵੋਟਾਂ ਹੈ ਉੱਥੇ, 3 ਗੇੜ ਲੰਘ, ਚੌਥੇ ਗੇੜ ਦੀਆਂ। ਹੁਣ ਚੌਥੇ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਇਹ ਵੀ ਕੋਈ ਖਬਰਾਂ ਨਿਕਲ ਰਹੀਆਂ ਕਿ ਕੁਝ ਖਾਸ ਭਾਈਚਾਰੇ ਨਾਲ ਸੰਬੰਧਿਤ ਪਹਿਲੇ ਗੇੜ ਦੀਆਂ ਚੋਣਾਂ ਹੋ ਗਈਆਂ, ਦੂਜੇ ਦੀਆਂ ਹੋ ਗਈਆਂ, ਤੀਜੇ ਦੇ ਹੋ ਗਈਆਂ। ਇਸ ਕਰਕੇ ਹੁਣ ਮਸਲੇ ਉਭਾਰੇ ਜਾ ਰਹੇ ਆ। ਖਾਸ ਭਾਈਚਾਰਿਆਂ, ਖਾਸ ਜਾਤਾਂ, ਖਾਸ ਬਰਾਦਰੀਆਂ, ਖਾਸ ਕਬੀਲਿਆਂ, ਖਾਸ ਨਾਲ ਹੀ ਵੱਧਾ। ਇੱਥੋਂ ਤੱਕ ਕਿ ਤਰੀਕਾਂ ਵੀ ਖਾਸ ਮਿਥੀਆਂ ਜਾਂਦੀਆਂ ਕਿ ਜਿਹੜਾ ਸਭ ਤੋਂ ਵੱਡਾ ਗੇੜ ਆ ਉਹਦੀਆਂ ਵੋਟਾਂ ਸੋਮਵਾਰ ਪਾਓ ਜਾਂ ਐਤਵਾਰ ਪਾਓ, ਤਾਂ ਕਿ ਇਸੇ ਬਹਾਨੇ ਪ੍ਰਧਾਨ ਮੰਤਰੀ ਸਾਹਿਬ ਮਨ ਕੀ ਬਾਤ ਕਹਿ ਰਹੇ ਹੋਣ ਤੇ ਲੋਕੀ ਸੁਣਦੇ ਉਹਦੇ ਪ੍ਰਭਾਵ ਥੱਲੇ ਵੋਟ ਪਾਉਣ। ਇਹ ਸਾਰਾ ਕੁਝ ਹੀ ਖਾਸ ਆ। ਤਰੀਕਾਂ ਵੀ ਖਾਸ ਚੁਣੀਆਂ ਜਾ ਰਹੀਆਂ ਨੇ ਕਿ ਕਿਹੜੀਆਂ ਤਰੀਕਾਂ ਨੂੰ ਵੋਟ ਪਵਾਈ ਜਾਵੇ ਤੇ ਮਹੂਰਤ ਠੀਕ ਰਹੇਗਾ। ਦੇਖਦੇ ਹਾਂ ਕਦੀ ਦਿਲ ਦੀ ਬਾਤ ਵੀ ਸੁਣੋਗੇ। ਪੰਨੂ ਸਾਹਿਬ ਬਹੁਤ ਬਹੁਤ ਧੰਨਵਾਦ ਖਬਰਾਂ 'ਚ ਚਰਚਾ ਕਰਨ ਲਈ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।